ਸੋ ਜ਼ਿਆਦਾतर ਇਹਦੇ ਵਿੱਚ ਘਟਨਾਵਾਂ ਜਿਹੜੀਆਂ ਵੱਡੇ ਜਿਹੜੇ ਕਤਲੇਆਮ ਕੀਤੇ ਹੈਗੇ ਆ, ਜਿਹੜੇ ਇੱਕ ਹੱਤਿਆ ਤੋਂ ਇਲਾਵਾ ਜਿਹੜੇ ਵੱਡੇ ਕਤਲੇਆਮ, ਸਮੂਹਿਕ ਕਤਲੇਆਮ ਹੋਏ ਆ, ਉਹਦੀ ਜ਼ਿੰਮੇਵਾਰੀ ਆਈਸਿਸ ਲੈਂਦਾ ਰਿਹਾ। ਕੀ ਆਈਸਿਸ, ਕੌਣ ਸਪੋਰਟ ਕਰ ਰਿਹਾ ਆਈਸਿਸ ਨੂੰ? ਆਈਸਿਸ ਨੂੰ ਸਿੱਖਾਂ ਦੇ ਨਾਲ ਕੀ ਪ੍ਰੋਬਲਮ ਹੈ? ਆਈਸਿਸ ਕਿਉਂ ਸਿੱਖਾਂ ਨੂੰ ਉੱਥੋਂ ਕੱਢਣਾ ਚਾਹੁੰਦਾ? ਜਿਹੜੀ ਮੌਜੂਦਾ ਸਰਕਾਰ ਹੈਗੀ ਉੱਥੇ ਤਾਲਿਬਾਨ ਹੈਗੀ ਆ, ਤਾਲਿਬਾਨ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਸਿੱਖਾਂ ਤੋਂ ਹੁਣ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਇੱਥੇ ਰਹਿ ਸਕਦੇ ਆ। ਲੇਕਿਨ ਆਈਸਿਸ ਜੋ ਉੱਥੇ ਰੂਲਿੰਗ ਪਾਰਟੀ ਨਹੀਂ ਹੈ, ਸੀਰੀਆ ਦੇ ਵਿੱਚ ਹੈ ਜਾਂ ਇਰਾਕ ਦੇ ਵਿੱਚ ਹੈ, ਸੋ ਉਹ ਕਿਉਂ ਉੱਥੇ ਸਿੱਖਾਂ ਦੇ ਹਮਲੇ ਵਾਰ-ਵਾਰ ਕਰ ਰਿਹਾ? ਇਹ ਇੱਕ ਸੋਚਣ ਵਾਲੀ ਗੱਲ ਹੈ। ਮੈਂ ਇੱਕ ਸਟੱਡੀ ਤੁਹਾਡੇ ਨਾਲ ਸਾਂਝੀ ਕਰੂੰਗਾ, ਬੜੀ ਸਨਸਨੀਖੇਜ਼ ਸਟੱਡੀ ਹੈ ਕਿ ਆਖਰਕਾਰ ਇਹ ਜਿਹੜੇ ਆਈਸਿਸ ਹੈਗਾ ਇਹਨੂੰ ਸਮੱਗਰੀ ਕੌਣ ਪ੍ਰਦਾਨ ਕਰ ਰਿਹਾ? 2016 ਦੇ ਵਿੱਚ ਇੱਕ CAR ਨਾਂ ਦੀ ਸੰਸਥਾ ਸੀਗੀ ਜਿਹਨੇ ਇੱਕ ਸਟੱਡੀ ਅਧਿਐਨ ਜਾਰੀ ਕੀਤਾ ਸੀਗਾ, ਫੈਕਟ ਫਾਈਂਡਿੰਗ ਅਧਿਐਨ ਸੀਗਾ, ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਕੰਪੋਨੈਂਟ ਰਿਸੀਵ ਕੀਤੇ ਤੇ ਉਹਦੇ ਤੋਂ ਨਾਂ ਜਿਹੜੇ ਮਾਰ ਕੇ ਉਹ ਰੀਡ ਕੀਤੇ ਸੀਗੇ। ਉਹਦੇ ਬਿਹਾਵ ਦੇ ਉੱਪਰ ਜਿਹੜੇ ਕੰਪੋਨੈਂਟ ਵਿਸਫੋਟਕ ਸਮੱਗਰੀ ਨੂੰ ਬਣਾਉਣ ਦੇ ਵਿੱਚ ਵਰਤੇ ਜਾਂਦੇ ਆ ਅਤੇ ਇਹ ਆਈਸਿਸ ਵਿਸਫੋਟਕ ਸਮੱਗਰੀ ਨੂੰ ਬਣਾਉਂਦਾ ਸੀ, ਉਹ ਕੰਪੋਨੈਂਟ ਜਿਹੜੇ ਵਰਤੇ ਜਾਂਦੇ ਉਹਨਾਂ ਦੇ ਉੱਪਰ ਜਿਹੜੇ ਮਾਰ ਕੇ ਜਿਨ੍ਹਾਂ ਕੰਟਰੀਆਂ ਦੇ ਪਾਏ ਗਏ, ਉਸ ਬਿਹਾਵ ਦੇ ਉੱਪਰ ਸਟੱਡੀ ਇਹ ਸੀਗੀ ਕਿ ਕੁੱਲ 20 ਦੇਸ਼ਾਂ ਦੀਆਂ 52 ਕੰਪਨੀਆਂ ਇਹਨਾਂ ਆਈਸਿਸ ਜਿਹੜੇ ਹੈਗੇ ਅੱਤਵਾਦੀ ਹੈਗੇ ਆ, ਕਾਤਲ ਹੈਗੇ ਆ, ਇਹਨਾਂ ਨੂੰ ਕੰਪੋਨੈਂਟ ਸਮੱਗਰੀ ਪ੍ਰਦਾਨ ਕਰ ਰਹੀਆਂ, ਵਿਸਫੋਟਕ ਸਮੱਗਰੀ, ਵਿਸਫੋਟਕ ਜਿਹੜੇ ਪਦਾਰਥ ਹੈਗੇ ਆ, ਬੰਬ ਜਿਹੜੇ ਤਿਆਰ ਕਰਨ ਵਾਸਤੇ। ਉਹਦੇ ਵਿੱਚ ਅਹਿਮ ਗੱਲ ਮੈਂ ਤੁਹਾਨੂੰ ਦੱਸੂਗਾ ਕਿ 7 ਕੰਪਨੀਆਂ ਭਾਰਤ ਦੀਆਂ ਹਨ ਜਿਹੜੀਆਂ ਆਈਸਿਸ ਨੂੰ ਵੱਖ-ਵੱਖ ਕੰਪੋਨੈਂਟ ਪ੍ਰਦਾਨ ਕਰ ਰਹੀਆਂ ਹਨ ਔਰ ਉਹ ਕੰਪਨੀਆਂ ਲਾਇਸੈਂਸ ਸ਼ੁਦਾ ਹਨ, ਭਾਰਤ ਤੋਂ ਬਕਾਇਦਾ ਲਾਇਸੈਂਸ ਸ਼ੁਦਾ ਹਨ ਅਤੇ ਲੀਗਲ ਤਰੀਕੇ ਦੇ ਨਾਲ ਉਹ ਐਕਸਪੋਰਟ ਕਰ ਰਹੀਆਂ ਇਹਨਾਂ ਕੰਪੋਨੈਂਟ ਦਾ। ਇਹ ਕੰਪੋਨੈਂਟ ਕਿਹੜੇ ਹਨ ਜਗਾਤਾਰ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ? ਇਹਦੇ ਵਿੱਚ ਡੈਟੋਨੇਟਰਸ ਨੇ, ਡੈਟੋਨੇਟਰ ਕੌਰਡਸ ਨੇ, ਫਿਊਜ਼ਸ ਜਿਹੜੇ ਵਰਤੇ ਜਾਂਦੇ ਆ ਅਤੇ ਆਈਫੋਨ ਨੋਕੀਆ ਨੋਕੀਆ 5 ਜਿਹੜਾ ਫੋਨ ਸੀਗਾ, ਇਹਨੂੰ ਐਜ਼ ਏ ਰਿਮੋਟ ਕੰਟਰੋਲ ਵਰਤਿਆ ਜਾਂਦਾ ਰਿਹਾ ਹੈਗਾ। ਇਹਦੀ ਵੱਡੀ ਪੱਧਰ ਤੇ ਐਕਸਪੋਰਟੇਸ਼ਨ ਆਈਸਿਸ ਨੂੰ ਭਾਰਤ ਦੀਆਂ 7 ਕੰਪਨੀਆਂ ਵੱਲੋਂ ਜਿਹੜੇ ਮੈਂ ਕੰਪੋਨੈਂਟ ਤੁਹਾਨੂੰ ਦੱਸੇ ਹੈਗੇ ਇਹਨਾਂ ਦੀ ਕੀਤੀ ਜਾਂਦੀ ਰਹੀ ਆ। ਸੋ ਇਹ ਸਟੱਡੀ ਦੇ ਵਿੱਚ ਇਹ ਦੱਸਿਆ ਗਿਆ ਕਿ ਇਕੱਲਾ ਭਾਰਤ ਨਹੀਂ, ਬੈਲਜੀਅਮ ਅਤੇ ਤੁਰਕੀ ਵੀ ਇੱਦਾਂ ਦੇ ਦੇਸ਼ ਹੈਗੇ ਆ ਜਿਹੜੇ ਇਹ ਦੇਸ਼ਾਂ ਦੀਆਂ ਕੰਪਨੀਆਂ ਆਪਣੇ ਕੰਪੋਨੈਂਟ ਜਿਹੜੇ ਆ ਉਹ ਆਈਸਿਸ ਨੂੰ ਪ੍ਰਦਾਨ ਕਰ ਰਹੀਆਂ। ਸੋ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਦੇਸ਼ ਹੈਗੇ ਨੇ ਜਿਨ੍ਹਾਂ ਦੀਆਂ 52 ਦੇ ਕਰੀਬ ਕੰਪਨੀਆਂ ਜਿਹੜੀਆਂ ਹੈਗੀਆਂ ਆਈਸਿਸ ਨੂੰ ਵਿਸਫੋਟਕ ਸਮੱਗਰੀ ਤਿਆਰ ਕਰਨ ਵਾਸਤੇ ਜੋ ਕੰਪੋਨੈਂਟ ਵਰਤੇ ਜਾਂਦੇ ਆ ਉਹ ਬਕਾਇਦਾ ਐਕਸਪੋਰਟ ਕੀਤੇ ਜਾਂਦੇ ਆ, ਪੈਸਾ ਲਾਇਆ ਜਾਂਦਾ ਉਹਦੇ ਬਦਲੇ। ਸੋ ਆਖਰਕਾਰ ਜੇ ਮੈਂ ਗੱਲ ਭਾਰਤ ਦੀ ਕਰਾਂ, ਜਦੋਂ ਤੋਂ ਸਿੱਖਾਂ ਦਾ ਭਾਰਤ ਦੇ ਵਿੱਚ ਰਲੇਵਾਂ ਹੋਇਆ ਅਤੇ ਸਮੇਂ-ਸਮੇਂ 'ਤੇ ਜੋ ਵੀ ਭਾਰਤ ਸਰਕਾਰ ਵੱਲੋਂ ਫੈਸਲੇ ਲਏ ਜਾਂਦੇ ਰਹੇ, ਚੰਗੇ ਫੈਸਲਿਆਂ ਦੀ ਸ਼ਲਾਘਾ ਹੋਈ, ਲੇਕਿਨ ਮਾੜੇ ਫੈਸਲਿਆਂ ਖਿਲਾਫ ਸਿੱਖ ਹਮੇਸ਼ਾ ਖੜ੍ਹਦੇ ਰਹੇ ਆ, ਚਾਹੇ ਉਹ ਕਿਸੇ ਹੋਰ ਕਮਿਊਨਿਟੀ ਦੇ ਖਿਲਾਫ ਵੀ ਕਿਉਂ ਨਾ ਲਏ ਜਾਂਦੇ ਰਹਿਣ। ਇਹਦੇ ਵਿੱਚ CAA ਇੱਕ ਇੱਦਾਂ ਦਾ ਫੈਸਲਾ ਸੀਗਾ ਜਿਹਦੇ ਵਿੱਚ ਸਿੱਖਾਂ ਨੂੰ ਤੇ ਸ਼ਾਮਲ ਕਰ ਲਿਆ ਗਿਆ, ਲੇਕਿਨ ਹਿੰਦੂ ਜਿਹੜਾ ਮੁਸਲਮਾਨ ਭਾਈਚਾਰਾ ਸੀਗਾ ਉਸ ਨੂੰ ਇਸ ਤੋਂ ਵਾਂਝਾ ਕੀਤਾ ਗਿਆ ਇਮੀਗ੍ਰੇਸ਼ਨ ਦੇਣ ਤੋਂ। ਸੋ ਉਸ ਸਮੇਂ 'ਤੇ ਸਿੱਖਾਂ ਵੱਲੋਂ ਵੱਡੀ ਪੱਧਰ 'ਤੇ ਰੋਸ ਪ੍ਰਗਟ ਕੀਤਾ ਗਿਆ ਸੀਗਾ, ਆਵਾਜ਼ ਉਠਾਈ ਗਈ ਸੀਗੀ ਭਾਰਤ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਵੀ, ਤੇ ਭਾਰਤ ਦੇ CAA ਕਾਨੂੰਨ ਦਾ ਵਿਰੋਧ ਕੀਤਾ ਗਿਆ ਸੀ। ਐਨ ਉਸੇ ਮੌਕੇ 'ਤੇ ਹੀ ਜਿਹੜਾ ਅਟੈਕ ਗੁਰਦੁਆਰਾ ਗੁਰੂ ਹਰ ਰਾਏ ਕਾਬਲ ਦੇ ਵਿੱਚ ਹੁੰਦਾ ਹੈਗਾ, ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ, 24 ਸਿੱਖ ਜਿੱਥੇ ਮਾਰੇ ਜਾਂਦੇ ਆ, ਆਈਸਿਸ ਦੀ ਜ਼ਿੰਮੇਵਾਰੀ ਫਿਰ ਲੈਂਦਾ ਤੇ ਭਾਰਤ ਸਰਕਾਰ ਦਾ ਇਹ ਬਿਆਨ ਆਉਂਦਾ ਹੈਗਾ ਆ ਕਿ ਜੇ ਸਿੱਖ CAA ਦਾ ਵਿਰੋਧ ਨਾ ਕਰਨ ਤਾਂ ਉਹਨਾਂ ਨੂੰ ਚੰਗਾ ਹੈਗਾ ਆ, ਉਹਨਾਂ ਨੂੰ ਇੱਥੇ ਇਮੀਗ੍ਰੇਸ਼ਨ ਭਾਰਤ ਦੇ ਵਿੱਚ ਮਿਲਦੀ ਪਈ ਹੈਗੀ ਆ, ਸੋ ਉਹਨਾਂ ਨੂੰ CAA ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਮੌਕੇ ਇਸ ਤਰ੍ਹਾਂ ਦੇ ਆਉਂਦੇ ਹੈਗੇ ਆ ਜਿਸ ਤੋਂ ਇਹ ਲੱਗਦਾ ਹੈਗਾ ਕਿ ਸਿੱਖਾਂ ਦੇ ਖਿਲਾਫ ਆਖਰ ਆਈਸਿਸ ਮਗਰ ਕਿਉਂ ਪਿਆ ਹੈਗਾ, ਜ਼ਿੰਮੇਵਾਰੀ ਉਹਦੇ ਵੱਲੋਂ ਲਈ ਜਾਂਦੀ ਆ। ਲੇਕਿਨ ਇਹ ਬੜੀਆਂ ਡੂੰਘੀਆਂ ਗੱਲਾਂ ਹੈਗੀਆਂ ਜਿਹਦੇ ਵਿੱਚ ਮੈਂ ਤੁਹਾਨੂੰ ਗੱਲ ਸਾਂਝੀ ਕਰੂੰਗਾ ਕਿ ਆਖਰਕਾਰ ਭਾਰਤ ਸਰਕਾਰ, ਭਾਰਤ ਦੇਸ਼ ਜਿੱਥੇ ਸਿੱਖ ਰਹਿ ਰਹੇ ਹੈਗੇ ਆ, ਜਿਨ੍ਹਾਂ ਦੇ ਸਿੱਖ ਨਾਗਰਿਕ ਹੈਗੇ ਆ, ਆਖਰਕਾਰ ਜੇ ਉਹਨਾਂ ਦਾ ਕਤਲੇਆਮ ਅਫਗਾਨਿਸਤਾਨ ਦੇ ਵਿੱਚ ਜਿਹੜੀ ਧਿਰ ਕਰ ਰਹੀ ਆ
ਉਸ ਨੂੰ ਇਹ ਕੰਪੋਨੈਂਟ ਭਾਰਤ ਦੀਆਂ ਕੰਪਨੀਆਂ ਪ੍ਰੋਵਾਈਡ ਕਿਉਂ ਕਰ ਰਹੀਆਂ ਹੈਗੀਆਂ। ਹੁਣ ਤੱਕ ਭਾਰਤ ਸਰਕਾਰ ਨੇ ਇਹਦੇ ਸੰਬੰਧੀ ਆਪਣਾ ਪੱਖ ਕੀ ਰੱਖਿਆ ਹੈਗਾ ਆ। ਸੋ ਇਹ ਗੱਲ ਮੀਡੀਆ ਦੇ ਵਿੱਚ ਬੜੀ ਵੱਡੀ ਪੱਧਰ 'ਤੇ ਚੱਲ ਰਹੀ ਹੈਗੀ ਹੈ। ਖਬਰ ਵੀ ਰॉयਟਰਸ ਦੀ ਖਬਰ ਹੈਗੀ ਆ, ਭਾਰਤ ਦੀਆਂ ਆਪਣੀਆਂ ਅਖਬਾਰਾਂ ਦੀ ਇਹ ਖਬਰ ਸੀ 1916 ਦੇ ਵਿੱਚ ਜਿਹੜੀ ਕਵਰੇਜ ਸੀਗੀ ਕਿ ਭਾਰਤ ਦੀਆਂ 7 ਕੰਪਨੀਆਂ ਆਈਸਿਸ ਨੂੰ ਕੰਪੋਨੈਂਟ ਜਿਹੜੀਆਂ ਪ੍ਰਦਾਨ ਕਰ ਰਹੀਆਂ ਵਿਸਫੋਟਕ ਪਦਾਰਥ ਬਣਾਉਣ ਵਾਸਤੇ। ਸੋ ਇਹ ਜਿਹੜੀ ਤੁਹਾਡੇ ਨਾਲ ਜਾਣਕਾਰੀ ਮੈਂ ਸਾਂਝੀ ਕੀਤੀ ਹੈਗੀ ਆ। ਵੱਡੀਆਂ ਅਖਬਾਰਾਂ ਰॉयਟਰਸ ਹੈਗੀਆਂ ਨੇ ਜਾਂ CBC ਹੈਗੀਆਂ ਨੇ ਜਾਂ ਹੋਰ ਜਿਹੜੀਆਂ ਇੰਟਰਨੈਸ਼ਨਲ ਪੱਧਰ ਦੀਆਂ ਅਖਬਾਰਾਂ ਵੱਡੀਆਂ ਜਿਹੜੇ ਸੋਰਸ ਹੈਗੇ ਉਹਨਾਂ ਦੀਆਂ ਪੁਖਤਾ ਖਬਰਾਂ ਦੇ ਆਧਾਰ 'ਤੇ ਅਸੀਂ ਤੁਹਾਡੇ ਨਾਲ ਖਬਰਾਂ ਜਿਹੜੀ ਸਾਰੀ ਗੱਲ ਸਾਂਝੀ ਕਰ ਰਹੇ ਹਾਂ।